ਮਾਂ ਓ ਮਾਂ ਕਿੱਥੇ ਹੋ? ਦੇਖੋ ਮੈਂ ਤੁਹਾਡੇ ਲਈ ਕਿਆ ਲਿਆਇਆ ਹਾਂ। ਆਪਣੀ ਮਾਂ ਦੇ ਕਮਰੇ ਦੇ ਅੰਦਰ ਆਉਂਦੇ ਹੋਏ ਸੰਜੀਵ ਹੱਥ ਵਿੱਚ 2 ਟਿਕਟਾਂ ਲਹਿਰਾਉਂਦੇ ਹੋਏ ਬੋਲਿਆ। ਪੁੱਤਰ ਦੀ ਆਵਾਜ਼ ਸੁਣ ਕੇ ਮਾਲਾ ਫੇਰਦੀ ਹੋਈ ਮਾਂ ਨੇ ਉਸਦੀ ਤਰਫ ਨਜ਼ਰ ਚੁੱਕ ਕੇ ਦੇਖਿਆ ਤਾਂ ਬੋਲੀ, ਇਹ ਕਿਆ ਹੈ ਪੁੱਤ? ਮਾਂ ਤੁਸੀਂ ਬਹੁਤ ਦਿਨਾਂ ਤੋਂ ਕਹਿ ਰਹੀ ਸੀ ਨਾ ਕਿ ਮੈਂ ਤੁਹਾਨੂੰ ਗੰਗਾ ਸਨਾਨ ਕਰਾਉਣ ਲੈ ਚੱਲਾਂ, ਤਾਂ ਇਸ ਵਾਰ ਕੁੰਭ ਦਾ ਮੇਲਾ ਲੱਗਿਆ ਹੈ ਤਾਂ ਮੈਂ ਸੋਚਿਆ ਕਿ ਤੁਹਾਨੂੰ ਕੁੰਭ ਵਿੱਚ ਲੈ ਚੱਲਦਾ ਹਾਂ ਅਤੇ ਗੰਗਾ ਸਨਾਨ ਕਰਵਾ ਲਿਆਉਂਦਾ ਹਾਂ। ਟ੍ਰੇਨ ਤੋਂ ਟਿਕਟ ਵੀ ਕਰਵਾ ਲਈ ਹੈ। ਪੁੱਤਰ ਦੀ ਇਹ ਗੱਲ ਸੁਣ ਕੇ ਸਰਸਵਤੀ ਜੀ ਚਹਿਕ ਉੱਠੀ ਅਤੇ ਉਹਨਾਂ ਦੀ ਅੱਖਾਂ ਵਿੱਚ ਖੁਸ਼ੀ ਭਰੀ ਚਮਕ ਆ ਗਈ। ਕੁੰਭ ਦਾ ਮੇਲਾ? ਅਰੇ ਤੂੰ ਸੱਚ ਵਿੱਚ ਮੈਨੂੰ ਕੁੰਭ ਦੇ ਦਰਸ਼ਨ ਕਰਾਏਂਗਾ? ਤੂੰ ਸੱਚ ਕਹਿ ਰਿਹਾ ਹੈ ਨਾ ਪੁੱਤ? ਮੈਨੂੰ ਯਕੀਨ ਹੀ ਨਹੀਂ ਹੋ ਰਿਹਾ। ਅਰੇ ਮਾਂ ਮੈਂ ਝੂਠ ਥੋੜ੍ਹੀ ਬੋਲ ਰਿਹਾ ਹਾਂ। ਇਹ ਦੇਖੋ ਟਿਕਟ ਤੁਹਾਡੇ ਸਾਹਮਣੇ ਹੈ। ਹੁਣ ਜਾਣੇ ਦੀ ਤਿਆਰੀ ਕਰ ਲਓ। ਜਿੰਨਾ ਵੀ ਸਮਾਨ ਚਾਹੀਦਾ ਮੈਨੂੰ ਪਹਿਲਾਂ ਹੀ ਦੱਸ ਦੇਣਾ। ਪੂਰੇ 5 ਦਿਨ ਬਾਅਦ ਚੱਲਾਂਗੇ। ਵਾਹ ਪੁੱਤ, ਜੁਗ ਜੁਗ ਜੀ ਮੇਰੇ ਲਾਲ। ਗੰਗਾ ਜੀ ਵਿੱਚ ਇਸ਼ਨਾਨ ਕਰੂੰਗੀ ਤਾਂ ਮੋਕਸ਼ ਮਿਲੇਗਾ ਮੈਨੂੰ। ਅੱਛਾ ਕੌਣ ਕੌਣ ਚੱਲੇਗਾ ਪੁੱਤ? ਸਾਰੇ ਚੱਲ ਰਹੇ ਹਨ ਨਾ? ਸਰਸਵਤੀ ਜੀ ਨੇ ਮੁਸਕਰਾਉਂਦੇ ਹੋਏ ਪੁੱਛਿਆ। ਤਾਂ ਸੰਜੀਵ ਬੋਲਿਆ, ਅਰੇ ਨਹੀਂ ਮਾਂ, ਸਾਰਿਆਂ ਨੇ ਜਾ ਕੇ ਕਿਆ ਕਰਨਾ ਹੈ? ਪਤਾ ਹੈ ਕੁੰਭ ਪਰ ਕਿੰਨੀ ਭੀੜ ਰਹਿੰਦੀ ਹੈ। ਸਾਰੇ ਲੋਕਾਂ ਨੂੰ ਸੰਭਾਲਣਾ ਤਾਂ ਬਹੁਤ ਮੁਸ਼ਕਿਲ ਹੋ ਜਾਵੇਗਾ। ਇਸ ਲਈ ਮੈਂ ਸਿਰਫ 2 ਹੀ ਟਿਕਟ ਲੈ ਕੇ ਆਇਆ ਹਾਂ, ਮੇਰੇ ਅਤੇ ਤੁਹਾਡੇ ਲਈ। ਪੁੱਤ ਦੀ ਇਸ ਗੱਲ ਨੂੰ ਸੁਣਦੇ ਹੀ ਸਰਸਵਤੀ ਜੀ ਦੀ ਨਜ਼ਰਾਂ ਆਪਣੀ ਨੂੰਹ ਦੀਪਾ ਦੀ ਤਰਫ ਗਈ ਅਤੇ ਸੋਚਣ ਲੱਗੀ ਕਿ ਪੁੱਤ ਦੇ ਨਾਲ ਮੈਂ ਇਕੱਲੇ ਜਾਊਂਗੀ ਤਾਂ ਨੂੰਹ ਨਾਰਾਜ਼ ਤਾਂ ਨਹੀਂ ਹੋ ਜਾਵੇਗੀ। ਫਿਰ ਬੋਲੀ, ਅਰੇ ਸੰਜੀਵ ਪੁੱਤ, ਪਰ ਇੰਨੀ ਉਮਰ ਵਿੱਚ ਤੂੰ ਇਕੱਲਾ ਮੈਨੂੰ ਕਿਵੇਂ ਸੰਭਾਲੇਂਗਾ? ਘਰ ਵਿੱਚ ਤਾਂ ਮੈਂ ਜਿਵੇਂ ਤਿਵੇਂ ਆਪਣਾ ਕੰਮ ਕਰ ਲੈਂਦੀ ਹਾਂ, ਪਰ ਬਾਹਰ ਤਾਂ ਮੇਰਾ ਉੱਠਣਾ ਬੈਠਣਾ ਵੀ ਬਹੁਤ ਮੁਸ਼ਕਿਲ ਹੋ ਜਾਵੇਗਾ। ਘੜੀ ਘੜੀ ਮੈਨੂੰ ਸਹਾਰੇ ਦੀ ਜ਼ਰੂਰਤ ਪਵੇਗੀ। ਜਦੀ ਉਹਨਾਂ ਦੀ ਨੂੰਹ ਦੀਪਾ ਬੋਲੀ, ਅਰੇ ਅੰਮਾ ਹੁਣ ਹੀ ਤੁਹਾਨੂੰ ਲੈ ਕੇ ਜਾ ਰਹੇ ਹਨ ਤਾਂ ਸੰਭਾਲ ਵੀ ਲੈਣਗੇ ਅਤੇ ਫਿਰ ਅਸੀਂ ਤਾਂ ਕਿਤੇ ਨਾ ਕਿਤੇ ਜਾਂਦੇ ਹੀ ਰਹਿੰਦੇ ਹਾਂ, ਫਿਰ ਕਦੀ ਚਲੇ ਜਾਵਾਂਗੇ। ਅਤੇ ਇਹ ਵੀ ਤਾਂ ਸੋਚੋ ਕਿ ਕੁੰਭ ਦਾ ਮੇਲਾ ਹਰ ਸਾਲ ਥੋੜ੍ਹੀ ਨਾ ਆਉਂਦਾ ਹੈ। ਫਿਰ ਸਰਸਵਤੀ ਜੀ ਬੋਲੀ, ਪਰ ਨੂੰ ਸੰਜੀਵ ਨੂੰ ਮੈਨੂੰ ਸੰਭਾਲਣੇ ਵਿੱਚ ਪਰੇਸ਼ਾਨੀ ਹੋਵੇਗੀ। ਤਾਂ ਉਹਨਾਂ ਦੀ ਇਹ ਗੱਲ ਸੁਣ ਕੇ ਉਹਨਾਂ ਦਾ ਪੁੱਤ ਸੰਜੀਵ ਹੱਸ ਪਿਆ ਅਤੇ ਬੋਲਿਆ, ਮਾਂ ਹੁਣ ਤੁਹਾਨੂੰ ਆਪਣੇ ਪੁੱਤ ਪਰ ਵਿਸ਼ਵਾਸ ਵੀ ਨਹੀਂ ਹੈ। ਅਰੇ ਜਿਵੇਂ ਤੁਸੀਂ ਮੇਰਾ ਬਚਪਨ ਵਿੱਚ ਧਿਆਨ ਰੱਖਦੀ ਸੀ ਵੈਸੇ ਹੀ ਮੈਂ ਤੁਹਾਡਾ ਧਿਆਨ ਰੱਖੂੰਗਾ। ਤੁਹਾਡਾ ਹੱਥ ਮੈਂ ਕਦੀ ਨਹੀਂ ਛੱਡੂੰਗਾ। ਖੂਬ ਚੰਗੇ ਨਾਲ ਤੁਹਾਨੂੰ ਮੇਲਾ ਦਿਖਾਊਂਗਾ। ਸੰਜੀਵ ਦੀ ਗੱਲ ਪਰ ਸਾਰੇ ਲੋਕ ਹੱਸਣ ਲੱਗੇ ਅਤੇ ਸਰਸਵਤੀ ਜੀ ਪ੍ਰਸੰਨ ਹੋ ਗਈ। ਉਹਨਾਂ ਦੀ ਬਹੁਤ ਸਮੇਂ ਤੋਂ ਚੱਲੀ ਆ ਰਹੀ ਇੱਛਾ ਪੂਰੀ ਹੋਣ ਜਾ ਰਹੀ ਸੀ। ਕਿੰਨੀ ਵਾਰ ਸੰਜੀਵ ਨੂੰ ਕਹਿ ਚੁੱਕੀ ਸੀ ਕਿ ਮਰਨੇ ਤੋਂ ਪਹਿਲਾਂ ਇੱਕ ਵਾਰ ਮੈਨੂੰ ਕੁੰਭ ਦਾ ਇਸ਼ਨਾਨ ਕਰਵਾ ਦੇ। ਜੇਕਰ ਕੁੰਭ ਪਰ ਨਹੀਂ ਲੈ ਕੇ ਜਾ ਸਕਦਾ ਤਾਂ ਇਵੇਂ ਹੀ ਹਰਿਦੁਆਰ ਲੈ ਚੱਲ, ਪਰ ਇੱਕ ਵਾਰ ਗੰਗਾ ਇਸ਼ਨਾਨ ਕਰਵਾ ਦੇ ਤਾਂ ਮੇਰੀ ਅੰਤਿਮ ਇੱਛਾ ਪੂਰੀ ਹੋ ਜਾਏ। ਪਰ ਵਕਤ ਗੁਜ਼ਰਦਾ ਰਿਹਾ ਅਤੇ ਗੱਲ ਚੱਲਦੀ ਰਹੀ, ਪਰੰਤੂ ਅੱਜ ਜਦ ਸੰਜੀਵ ਨੇ ਆਪਣੇ ਆਪ ਕਿਹਾ ਤਾਂ ਉਹਨਾਂ ਦਾ ਮਨ ਖੁਸ਼ੀ ਨਾਲ ਨੱਚ ਉੱਠਿਆ। ਅੱਜ ਤਾਂ ਉਹ ਆਪਣੇ ਪੁੱਤ ਅਤੇ ਨੂੰਹ ਨੂੰ ਆਸ਼ੀਰਵਾਦ ਦਿੰਦੇ ਨਹੀਂ ਥੱਕ ਰਹੇ ਸੀ। ਹਰਿਦੁਆਰ ਜਾਣੇ ਦੇ ਲਈ ਉਹ ਦੋਵੇਂ ਟ੍ਰੇਨ ਵਿੱਚ ਬੈਠ ਗਏ, ਪਰ ਸਰਸਵਤੀ ਜੀ ਦਾ ਤਾਂ ਸਫ਼ਰ ਵਿੱਚ ਬੁਰਾ ਹਾਲ ਹੋ ਰਿਹਾ ਸੀ। 2 ਦਿਨ ਅਤੇ 1 ਰਾਤ ਦਾ ਸਫ਼ਰ ਸੀ। ਪੁੱਤ ਦਾ ਹੱਥ ਫੜ ਕੇ ਵਾਰ-ਵਾਰ ਬਾਥਰੂਮ ਵਿੱਚ ਜਾਂਦੀ ਰਹੀ, ਪਰ ਜਿਵੇਂ ਹੀ ਟ੍ਰੇਨ ਖਿਸਕਣ ਲੱਗਦੀ ਤਾਂ ਪੈਰ ਡਗਮਗਾਉਣ ਲੱਗਦੇ। ਕਿਸੇ ਤਰ੍ਹਾਂ ਗਿਰਦੀ ਪੜਦੀ ਸੀਟ ਤੱਕ ਪਹੁੰਚ ਪਾਉਂਦੀ ਸੀ। ਅਰੇ ਮਾਂ ਸੰਭਾਲੋ ਆਪਣੇ ਆਪ ਨੂੰ, ਹੁਣੇ ਤਾਂ ਸਫ਼ਰ ਸ਼ੁਰੂ ਹੀ ਹੋਇਆ ਹੈ, ਅੱਗੇ ਕਿਵੇਂ ਕਰੋਗੀ? ਹਾਂ ਪੁੱਤ, ਕੋਸ਼ਿਸ਼ ਕਰ ਰਹੀ ਹਾਂ ਸੰਭਾਲਣੇ ਦੀ, ਪਰ ਉਮਰ ਹੋ ਗਈ ਹੈ ਨਾ, ਹੱਥ ਦੀ ਪਕੜ ਵੀ ਢਿੱਲੀ ਹੋ ਚੁੱਕੀ ਹੈ ਅਤੇ ਪੈਰ ਵੀ
ਡਗਮਗਾ ਜਾਂਦੇ ਹਨ। ਬੇਵਸ ਹੁੰਦੇ ਹੋਏ ਸਰਸਵਤੀ ਜੀ ਬੋਲੀ। ਤਾਂ ਸੰਜੀਵ ਨੇ ਕਿਹਾ, ਕੋਈ ਗੱਲ ਨਹੀਂ ਮਾਂ, ਮੈਂ ਹਾਂ ਨਾ, ਮੈਂ ਸਭ ਸੰਭਾਲ ਲੂੰਗਾ। ਇਹ ਸੁਣ ਕੇ ਸਰਸਵਤੀ ਜੀ ਦੀ ਅੱਖਾਂ ਮਮਤਾ ਦੇ ਹੰਝੂਆਂ ਨਾਲ ਭਰ ਆਈ। ਰਾਤ ਦੇ ਸਮੇਂ ਟ੍ਰੇਨ ਦੀ ਛੁਕ-ਛੁਕ ਅਤੇ ਸੀਟੀ ਦੀ ਆਵਾਜ਼ ਨੇ ਸੌਣ ਵੀ ਨਹੀਂ ਦਿੱਤਾ। ਰਹਿ ਕੇ ਸੋਚਦੀ ਕਿ ਬਿਨਾਂ ਵਜ੍ਹਾ ਹੀ ਸੰਜੀਵ ਨੂੰ ਮੈਂ ਤੰਗ ਕੀਤਾ, ਉਹ ਵੀ ਪੂਰੀ ਰਾਤ ਜਾਗਦਾ ਰਿਹਾ। ਇਸ ਨਾਲ ਤਾਂ ਗੰਗਾ ਜਲ ਘਰ ਭਰ ਲੈ ਕੇ ਉਸੇ ਨਾਲ ਨਹਾ ਲੈਂਦੀ। ਹੁਣ ਮੈਨੂੰ ਸਮਝ ਆ ਰਿਹਾ ਹੈ ਕਿ ਕਿਉਂ ਸੰਜੀਵ ਹਰ ਵਾਰ ਮੇਰੀ ਗੰਗਾ ਨਹਾਉਣੇ ਦੀ ਗੱਲ ਨੂੰ ਟਾਲ ਦਿੰਦਾ ਸੀ। ਖੈਰ ਭਗਵਾਨ ਦਾ ਨਾਮ ਜਪਦੇ ਜਪਦੇ ਕਿਸੇ ਤਰ੍ਹਾਂ ਸਫ਼ਰ ਪੂਰਾ ਹੋਇਆ। ਗੱਡੀ ਰੁਕੀ ਤਾਂ ਪਲੇਟਫਾਰਮ ਦੀ ਭੀੜ-ਭਾੜ ਨੂੰ ਦੇਖ ਕੇ ਸਰਸਵਤੀ ਜੀ ਹੈਰਾਨ ਰਹਿ ਗਈ। ਸੰਜੀਵ ਨੇ ਦੋਵੇਂ ਥੈਲੇ ਆਪਣੇ ਮੋਢੇ ਪਰ ਲਟਕਾਏ ਅਤੇ ਆਪਣੀ ਮਾਂ ਦਾ ਹੱਥ ਫੜ ਕੇ ਸਟੇਸ਼ਨ ਤੋਂ ਬਾਹਰ ਲੈ ਆਇਆ। ਉਸੀ ਸਮੇਂ ਕਾਲੇ ਬੱਦਲ ਛਾਣ ਲੱਗੇ ਅਤੇ ਠੰਡੀ-ਠੰਡੀ ਹਵਾ ਚੱਲਣ ਲੱਗੀ। ਅਰੇ ਪੁੱਤ, ਮੈਨੂੰ ਤਾਂ ਬਹੁਤ ਠੰਡ ਲੱਗ ਰਹੀ ਹੈ। ਇਸ ਮੌਸਮ ਨੂੰ ਵੀ ਅੱਜ ਹੀ ਵਿਗੜਨਾ ਸੀ ਕਿਆ? ਨਾ ਜਾਣੇ ਕਦ ਬਰਸਣ ਲੱਗੇਗਾ। ਮਾਂ ਦੀ ਇਹ ਗੱਲ ਸੁਣ ਕੇ ਸੰਜੀਵ ਬੋਲਿਆ, ਮਾਂ ਥੋੜ੍ਹੀ ਦੇਰ ਅਸੀਂ ਸਟੇਸ਼ਨ ਪਰ ਹੀ ਬੈਠਦੇ ਹਾਂ। ਮੌਸਮ ਠੀਕ ਹੋਣੇ ਪਰ ਹੀ ਬਾਹਰ ਨਿਕਲਾਂਗੇ। ਥੋੜ੍ਹੀ ਦੇਰ ਬਾਅਦ ਸੰਜੀਵ ਉੱਠ ਕੇ ਕਿਤੇ ਚਲਾ ਗਿਆ ਅਤੇ ਜਦ ਮੁੜਿਆ ਤਾਂ ਉਸਦੇ ਹੱਥ ਵਿੱਚ ਚਾਹ ਦੇ 2 ਕੱਪ ਅਤੇ ਗਰਮਾ-ਗਰਮ ਪਕੌੜੇ ਦੀ ਥੈਲੀ ਸੀ। ਮਾਂ ਪੁੱਤ ਨੇ ਉੱਥੇ ਹੀ ਬੈਠ ਕੇ ਸਕੂਨ ਨਾਲ ਚਾਹ ਪੀਤੀ ਅਤੇ ਪਕੌੜੇ ਖਾਏ। ਥੋੜ੍ਹੀ ਹੀ ਦੇਰ ਵਿੱਚ ਸਰਸਵਤੀ ਜੀ ਨੂੰ ਨੀਂਦ ਆਉਣ ਲੱਗੀ ਤਾਂ ਉੱਥੇ ਹੀ ਟੇਕ ਲੈ ਕੇ ਅੱਖਾਂ ਬੰਦ ਕਰ ਲਈ। ਕਰੀਬ 1 ਘੰਟੇ ਦੇ ਬਾਅਦ ਬਾਰਿਸ਼ ਰੁਕ ਗਈ ਅਤੇ ਸੂਰਜ ਨਿਕਲ ਆਇਆ। ਬਾਰਿਸ਼ ਦੇ ਕਾਰਨ ਰੇਲਵੇ ਸਟੇਸ਼ਨ ਪਰ ਜੋ ਭੀੜ ਵੱਧ ਗਈ ਸੀ, ਉਹ ਵੀ ਹੁਣ ਘਟਣ ਲੱਗੀ ਸੀ। ਦੋਵੇਂ ਮਾਂ ਪੁੱਤ ਇੱਕ ਆਟੋ ਰਿਕਸ਼ਾ ਫੜ ਕੇ ਕੁੰਭ ਦੇ ਮੇਲੇ ਤੱਕ ਪਹੁੰਚ ਗਏ। ਮੇਲੇ ਦੀ ਸ਼ੁਰੂਆਤ ਵਿੱਚ ਹੀ ਰਿਕਸ਼ੇ ਵਾਲੇ ਨੇ ਉਹਨਾਂ ਨੂੰ ਉਤਾਰ ਦਿੱਤਾ ਸੀ। ਕਰੀਬ 1.5 ਕਿਲੋਮੀਟਰ ਪੈਦਲ ਚੱਲ ਕੇ ਗੰਗਾ ਘਾਟ ਤੱਕ ਪਹੁੰਚੇ ਤਾਂ ਗਿਰਦੇ ਪੜਦੇ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਇੱਕ ਡੇਰੇ ਵਿੱਚ ਜਗ੍ਹਾ ਮਿਲ ਪਾਈ। ਸੰਜੀਵ ਨੇ ਉੱਥੇ ਹੀ ਚਾਦਰ ਵਿਛਾ ਕੇ ਆਪਣਾ ਸਮਾਨ ਰੱਖ ਦਿੱਤਾ ਅਤੇ ਆਪਣੀ ਮਾਂ ਦਾ ਹੱਥ ਫੜ ਕੇ ਗੰਗਾ ਨਹਾਉਣ ਲੈ ਗਿਆ। ਸਰਸਵਤੀ ਜੀ ਨੇ ਆਪਣੇ ਜੀਵਨ ਭਰ ਵਿੱਚ ਇੰਨੀ ਭੀੜ ਕਿਤੇ ਨਹੀਂ ਦੇਖੀ ਸੀ। ਕਿਤੇ ਲਾਊਡ ਸਪੀਕਰ ਦਾ ਸ਼ੋਰ ਮਚ ਰਿਹਾ ਸੀ ਤਾਂ ਕਿਤੇ ਭਜਨ ਚੱਲ ਰਹੇ ਸੀ। ਕਿਤੇ ਗੰਗਾ ਮਾਈ ਦੀ ਜੈ ਜੈਕਾਰ ਕਰਦੇ ਲੋਕ ਘੁੰਮ ਰਹੇ ਸੀ ਤਾਂ ਕਿਤੇ ਸਾਧੂ ਸੰਤਾਂ ਦੇ ਪ੍ਰਵਚਨ। ਅੱਗੇ ਵਧੇ ਤਾਂ ਝੂਲੇ ਵਾਲੇ, ਖਿਡੌਣੇ ਵਾਲੇ, ਪੂੜੀ ਕਚੌਰੀ ਅਤੇ ਮਿਠਾਈ ਦੀ ਦੁਕਾਨ, ਧਾਰਮਿਕ ਕਿਤਾਬਾਂ ਅਤੇ ਤਸਵੀਰਾਂ ਦੀ ਦੁਕਾਨ। ਹਰ ਜਾਤੀ ਅਤੇ ਧਰਮ ਦੇ ਲੋਕਾਂ ਨੂੰ ਦੇਖ ਕੇ ਉਹ ਹੈਰਾਨ ਸੀ। ਉਹਨਾਂ ਨੂੰ ਐਸਾ ਲੱਗ ਰਿਹਾ ਸੀ ਕਿ ਜਿਵੇਂ ਉਹ ਕਿਸੇ ਦੂਸਰੀ ਹੀ ਦੁਨੀਆ ਵਿੱਚ ਪਹੁੰਚ ਗਈ ਹਨ। ਇਹ ਸਭ ਦੇਖਦੇ ਹੋਏ ਉਹ ਆਪਣੇ ਪੁੱਤ ਸੰਜੀਵ ਦਾ ਹੱਥ ਕੱਸ ਕੇ ਫੜੀ ਹੋਈ ਸੀ। ਰਸਤਾ ਬਣਾਉਂਦੇ ਬਣਾਉਂਦੇ ਸੰਜੀਵ ਉਹਨਾਂ ਨੂੰ ਕਿਨਾਰੇ ਤੱਕ ਲੈ ਕੇ ਆਇਆ, ਪਰੰਤੂ ਇੱਥੇ ਵੀ ਭੀੜ ਹੀ ਭੀੜ ਸੀ। ਸੰਜੀਵ ਨੇ ਹੱਥ ਫੜ ਕੇ ਆਪਣੀ ਮਾਂ ਨੂੰ ਗੰਗਾ ਵਿੱਚ ਇਸ਼ਨਾਨ ਕਰਵਾਇਆ ਅਤੇ ਫਿਰ ਖੁਦ ਇਸ਼ਨਾਨ ਕੀਤਾ। ਗੰਗਾ ਵਿੱਚ ਫੁੱਲ ਅਤੇ ਪ੍ਰਸਾਦ ਚੜ੍ਹਾਇਆ ਤਾਂ ਨਾ ਜਾਣੇ ਕਦ ਤੋਂ ਮਨ ਵਿੱਚ ਵਸੀ ਸਰਸਵਤੀ ਜੀ ਦੀ ਇੱਛਾ ਪੂਰੀ ਹੋਈ। ਖੁਸ਼ੀ ਦੇ ਮਾਰੇ ਉਹਨਾਂ ਦੇ ਹੰਝੂ ਹੀ ਨਿਕਲ ਆਏ। ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਗੰਗਾ ਮਈਆ ਮੇਰੇ ਸੰਜੀਵ ਜੈਸਾ ਪੁੱਤਰ ਹਰ ਮਾਂ ਨੂੰ ਦੇਣਾ। ਅੱਜ ਉਸੀ ਦੇ ਕਾਰਨ ਤਾਂ ਮੈਂ ਤੁਹਾਡੇ ਦਰਸ਼ਨ ਕਰ ਪਾਈ ਹਾਂ। ਐਸਾ ਕਹਿੰਦੇ ਹੋਏ ਸਰਸਵਤੀ ਜੀ ਨੇ ਥੋੜ੍ਹਾ ਗੰਗਾ ਜਲ ਇੱਕ ਬੋਤਲ ਵਿੱਚ ਭਰ ਲਿਆ ਅਤੇ ਜਾਂਦੇ ਸਮੇਂ ਗੰਗਾ ਮਈਆ ਨੂੰ ਪ੍ਰਣਾਮ ਕੀਤਾ ਕਿ ਪਤਾ ਨਹੀਂ ਦੁਬਾਰਾ ਗੰਗਾ ਮਈਆ ਦੇ ਦਰਸ਼ਨ ਕਰ ਵੀ ਪਾਉਂਗੀ ਜਾਂ ਨਹੀਂ। ਸੰਜੀਵ ਨੇ ਆਪਣੀ ਮਾਂ ਨੂੰ ਮੇਲਾ ਘੁਮਾਇਆ ਅਤੇ ਖੂਬ ਖਿਲਾਇਆ ਪਿਲਾਇਆ। ਫਿਰ ਸਰਸਵਤੀ ਜੀ ਬੋਲੀ, ਬਸ ਪੁੱਤਰ, ਹੁਣ ਮੈਂ ਬਹੁਤ ਥੱਕ ਚੁੱਕੀ ਹਾਂ, ਹੁਣ ਹੋਰ ਤੁਰਿਆ ਨਹੀਂ ਜਾਂਦਾ। ਤਾਂ ਸੰਜੀਵ ਮਾਂ ਦੇ ਕਹਿਣੇ ਪਰ ਉਹਨਾਂ ਨੂੰ ਡੇਰੇ ਪਰ ਵਾਪਿਸ ਲੈ ਆਇਆ। ਚਲੋ ਮਾਂ, ਹੁਣ ਤੁਸੀਂ ਇੱਥੇ ਹੀ ਆਰਾਮ ਕਰੋ, ਮੈਂ ਘੁੰਮ ਕੇ ਆਉਂਦਾ ਹਾਂ। ਐਸਾ ਕਹਿੰਦੇ ਹੋਏ ਸੰਜੀਵ ਨੇ ਆਪਣੇ ਕੋਲ ਆਪਣੀ ਜੇਬ ਵਿੱਚ ਤੋਂ ਕੁਝ ਰੁਪਏ ਕੱਢੇ ਅਤੇ ਆਪਣੀ ਮਾਂ ਦੇ ਹੱਥ ਵਿੱਚ ਫੜਾ ਦਿੱਤੇ
ਅਰੇ ਪੁੱਤਰ, ਮੈਂ ਇਹਨਾਂ ਪੈਸਿਆਂ ਦਾ ਕਿਆ ਕਰੂੰਗੀ? ਤੂੰ ਹੈ ਤਾਂ ਸਹੀ ਮੇਰੇ ਕੋਲ, ਅਤੇ ਵੈਸੇ ਵੀ ਮੇਰੀ ਸਾੜੀ ਦੇ ਪੱਲੂ ਨਾਲ 500 ਦਾ ਨੋਟ ਬੰਨ੍ਹਿਆ ਹੈ। ਐਸਾ ਕਹਿੰਦੇ ਹੋਏ ਸਰਸਵਤੀ ਜੀ ਉਸ ਨੂੰ ਪੈਸੇ ਵਾਪਿਸ ਕਰਨ ਲੱਗੀ ਤਾਂ ਸੰਜੀਵ ਬੋਲਿਆ, ਅਰੇ ਨਹੀਂ ਮਾਂ, ਰੱਖ ਲਓ, ਵਕਤ ਬੇਵਕਤ ਕੰਮ ਆ ਜਾਂਦੇ ਹਨ। ਕੁਝ ਖਰੀਦਣੇ ਦਾ ਮਨ ਹੁੰਦਾ ਹੈ, ਜਾਂ ਕਿਤੇ ਮੇਲੇ ਵਿੱਚ ਮੇਰੀ ਜੇਬ ਕੱਟ ਗਈ ਤਾਂ। ਸੰਜੀਵ ਦੇ ਐਸਾ ਕਹਿਣੇ ਪਰ ਸਰਸਵਤੀ ਜੀ ਨੇ ਰੁਪਏ ਰੱਖ ਲਏ, ਇਹ ਸੋਚਦੇ ਹੋਏ ਕਿ ਐਸੇ ਮੇਲਿਆਂ ਵਿੱਚ ਤਾਂ ਚੋਰ ਉਚੱਕੇ ਅਤੇ ਬਹੁਤ ਸਾਰੇ ਠੱਗ ਘੁੰਮਦੇ ਰਹਿੰਦੇ ਹਨ, ਅਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੋਕਾਂ ਦੀ ਜੇਬ ਸਾਫ਼ ਕਰਕੇ ਕਦ ਨਿਕਲ ਜਾਂਦੇ ਹਨ, ਪਤਾ ਵੀ ਨਹੀਂ ਚੱਲਦਾ। ਸੰਜੀਵ ਆਪਣਾ ਥੈਲਾ ਲੈ ਕੇ ਚਲਾ ਗਿਆ ਅਤੇ ਸਰਸਵਤੀ ਜੀ ਉੱਥੇ ਹੀ ਆਪਣਾ ਥੈਲਾ ਸਿਰ ਦੇ ਨੀਚੇ ਲਗਾ ਕੇ ਚਾਦਰ ਪਰ ਲੇਟ ਗਈ। ਅੱਜ ਉਹਨਾਂ ਦਾ ਮਨ ਬਹੁਤ ਸੰਤੁਸ਼ਟ ਸੀ। ਸੰਜੀਵ ਨੇ ਵੀ ਉਹਨਾਂ ਦਾ ਖੂਬ ਧਿਆਨ ਰੱਖਿਆ ਸੀ। ਲੇਟੇ ਲੇਟੇ ਹੀ ਉਹਨਾਂ ਦੀ ਅੱਖ ਲੱਗ ਗਈ, ਪਰ ਜਦ ਅੱਖਾਂ ਖੁੱਲ੍ਹੀ ਤਾਂ ਦੇਖਿਆ ਸੂਰਜ ਡੁੱਬ ਰਿਹਾ ਸੀ। ਇੱਧਰ ਉੱਧਰ ਦੇਖਿਆ ਤਾਂ ਸੰਜੀਵ ਹੁਣੇ ਤੱਕ ਨਹੀਂ ਮੁੜਿਆ ਸੀ। ਉਹਨਾਂ ਦੇ ਮੱਥੇ ਪਰ ਚਿੰਤਾ ਦੀ ਲਕੀਰਾਂ ਉੱਭਰ ਆਈ। ਅਣਜਾਣੀ ਜਗ੍ਹਾ ਅਤੇ ਅਣਜਾਣੇ ਲੋਕ। ਆਪਣੇ ਸੰਜੀਵ ਦੇ ਬਾਰੇ ਵਿੱਚ ਪੁੱਛਾਂ ਵੀ ਤਾਂ ਕਿਸ ਤੋਂ? ਫਿਰ ਉਹਨਾਂ ਨੇ ਆਪਣਾ ਸਮਾਨ ਟਟੋਲ ਕੇ ਦੇਖਿਆ ਤਾਂ ਸਭ ਕੁਝ ਸੁਰੱਖਿਅਤ ਸੀ। ਤਾਂ ਡੇਰੇ ਤੋਂ ਬਾਹਰ ਜਾ ਕੇ ਇੱਧਰ ਉੱਧਰ ਆਪਣੇ ਪੁੱਤ ਨੂੰ ਲੱਭਣ ਲੱਗੀ। ਜਦੀ ਸਾਹਮਣੇ ਦੇਖਿਆ ਤਾਂ ਹੈਰਾਨ ਰਹਿ ਗਈ। ਆਦਮੀਆਂ ਦਾ ਇੱਕ ਝੁੰਡ ਤੇਜ਼ੀ ਨਾਲ ਭੱਜਦਾ ਹੋਇਆ ਆ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਜ਼ੋਰ-ਜ਼ੋਰ ਨਾਲ ਚੀਕ ਪੁਕਾਰ ਮਚਣ ਲੱਗੀ। ਫਿਰ ਪਤਾ ਲੱਗਿਆ ਕਿ ਮੇਲੇ ਵਿੱਚ ਇੱਕ ਹਾਥੀ ਨੇ ਉੱਦਮ ਮਚਾ ਦਿੱਤਾ ਹੈ, ਜਿਸ ਕਾਰਨ ਸਾਰੀ ਤਰਫ ਭੱਜ ਦੌੜ ਮਚ ਗਈ ਹੈ, ਅਤੇ ਭੱਜ ਦੌੜ ਵਿੱਚ ਗਿਰ ਕੇ ਕੁਚਲਣੇ ਨਾਲ ਬਹੁਤ ਸਾਰੇ ਲੋਕ ਮਾਰੇ ਗਏ ਹਨ। ਇਹ ਗੱਲ ਸੁਣ ਕੇ ਸਰਸਵਤੀ ਜੀ ਨੂੰ ਤਾਂ ਜਿਵੇਂ ਕੱਟੋ ਤਾਂ ਖੂਨ ਨਹੀਂ, ਉਹਨਾਂ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ। ਕੀ ਕਿਤੇ ਉਹਨਾਂ ਦਾ ਸੰਜੀਵ ਤਾਂ ਇਸ ਭੀੜ ਵਿੱਚ ਨਹੀਂ? ਨਹੀਂ, ਐਸਾ ਨਹੀਂ ਹੋ ਸਕਦਾ। ਐਸਾ ਕਹਿੰਦੇ ਹੋਏ ਸਰਸਵਤੀ ਜੀ ਇੱਕ ਯਾਤਰੀ ਤੋਂ ਜਾ ਕੇ ਪੁੱਛਣ ਲੱਗੀ, ਭਾਈ ਇਹ ਕਿਸ ਸਮੇਂ ਦੀ ਗੱਲ ਹੈ? ਫਿਰ ਉਸਨੇ ਦੱਸਿਆ, ਮਾਂ ਜੀ ਕਰੀਬ 4 ਵਜੇ ਦੀ ਗੱਲ ਹੈ। ਜਦ ਸਾਧੂ ਹਾਥੀਆਂ ਪਰ ਬੈਠ ਕੇ ਇਸ਼ਨਾਨ ਕਰਨ ਜਾ ਰਹੇ ਸੀ ਤਾਂ ਉਹਨਾਂ ਵਿੱਚ ਤੋਂ ਇੱਕ ਹਾਥੀ ਵਿਗੜ ਗਿਆ, ਜਿਸ ਕਾਰਨ ਇਹ ਕਾਂਡ ਹੋ ਗਿਆ। ਜਿੰਨੇ ਵੀ ਲੋਕ ਜ਼ਖਮੀ ਹੋਏ ਹਨ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ, ਅਤੇ ਜੋ ਲੋਕ ਮਾਰੇ ਗਏ ਹਨ ਉਹਨਾਂ ਨੂੰ ਸਰਕਾਰੀ ਗੱਡੀ ਤੋਂ ਚੁੱਕਿਆ ਜਾ ਰਿਹਾ ਹੈ। ਕਿਆ ਤੁਹਾਡਾ ਵੀ ਕੋਈ ਲਾਪਤਾ ਹੈ? ਉਸ ਵਿਅਕਤੀ ਦੀ ਗੱਲ ਸੁਣ ਕੇ ਸਰਸਵਤੀ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਰੋਂਦੇ ਹੋਏ ਬੋਲੀ, ਕਿਆ ਦੱਸਾਂ ਪੁੱਤ, ਮੇਰਾ ਪੁੱਤਰ ਵੀ 1 ਵਜੇ ਤੋਂ ਮੇਲਾ ਘੁੰਮਣੇ ਦੇ ਲਈ ਨਿਕਲਿਆ ਸੀ, ਪਰ ਹੁਣੇ ਤੱਕ ਨਹੀਂ ਮੁੜਿਆ। ਪਰ ਮਾਂ ਜੀ ਉਸਦੀ ਕੋਈ ਫੋਟੋ ਤਾਂ ਹੋਵੇਗੀ? ਫੋਟੋ ਤਾਂ ਨਹੀਂ ਹੈ ਮੇਰੇ ਕੋਲ ਬੇਟਾ, ਹੁਣ ਕਿਆ ਕਰਾਂ? ਸਰਸਵਤੀ ਜੀ ਰੋਂਦੇ ਹੋਏ ਬੋਲੀ, ਮਾਂ ਜੀ ਤੁਸੀਂ ਰੋਵੋ ਨਾ, ਦੇਖੋ ਸਾਹਮਣੇ ਉਹ ਪੁਲਿਸ ਚੌਂਕੀ ਹੈ, ਤੁਸੀਂ ਉੱਥੇ ਹੀ ਜਾ ਕੇ ਪਤਾ ਕਰ ਲਵੋ। ਉਸ ਵਿਅਕਤੀ ਦੇ ਕਹਿਣੇ ਪਰ ਸਰਸਵਤੀ ਜੀ ਨੇ ਚਾਦਰ ਸਮੇਟ ਕੇ ਆਪਣੀ ਥੈਲੀ ਵਿੱਚ ਪਾਈ ਅਤੇ ਥੈਲਾ ਚੁੱਕ ਕੇ ਜਿਵੇਂ ਤਿਵੇਂ ਪੁਲਿਸ ਚੌਂਕੀ ਤੱਕ ਪਹੁੰਚੀ ਅਤੇ ਰੋਣ ਲੱਗੀ ਕਿ ਮੇਰਾ ਪੁੱਤਰ ਕਿਤੇ ਮਿਲ ਨਹੀਂ ਰਿਹਾ। ਜਦੀ ਇੱਕ ਦਿਆਲੂ ਪੁਲਿਸ ਵਾਲਾ ਉਹਨਾਂ ਦੇ ਕੋਲ ਆਇਆ ਅਤੇ ਬੋਲਿਆ, ਮਾਂ ਜੀ ਹੌਸਲਾ ਰੱਖੋ, ਆਓ ਮੇਰੇ ਨਾਲ ਮੋਟਰਸਾਈਕਲ ਪਰ ਬੈਠੋ। ਉਹ ਸਿਪਾਹੀ ਸਰਸਵਤੀ ਜੀ ਨੂੰ ਉਸ ਜਗ੍ਹਾ ਪਰ ਲੈ ਗਿਆ ਜਿੱਥੇ ਮ੍ਰਿਤਕਾਂ ਨੂੰ ਇਕੱਠਾ ਕੀਤਾ ਗਿਆ ਸੀ। ਪਰ ਸਰਸਵਤੀ ਜੀ ਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਉਹਨਾਂ ਦਾ ਪੁੱਤ ਉੱਥੇ ਨਹੀਂ ਸੀ। ਫਿਰ 1-2 ਜਗ੍ਹਾ ਬਣੇ ਹਸਪਤਾਲਾਂ ਵਿੱਚ ਵੀ ਉਹਨਾਂ ਨੂੰ ਲੈ ਕੇ ਗਿਆ, ਜਿੱਥੇ ਲੋਕ ਜ਼ਖਮੀ ਪਏ ਸੀ ਅਤੇ ਕਰਾ ਰਹੇ ਸੀ। ਡਾਕਟਰ ਉਹਨਾਂ ਦੀ ਮਰਮ ਪੱਟੀ ਕਰਨੇ ਵਿੱਚ ਜੁਟੇ ਹੋਏ ਸੀ, ਪਰੰਤੂ ਸੰਜੀਵ ਦਾ ਪਤਾ ਉੱਥੇ ਵੀ ਨਹੀਂ ਚੱਲ ਪਾਇਆ। ਜਦੀ ਸਰਸਵਤੀ ਜੀ ਸੋਚਣ ਲੱਗੀ ਕਿ ਕਿਤੇ ਸੰਜੀਵ ਡੇਰੇ ਪਰ ਵਾਪਿਸ ਤਾਂ ਨਹੀਂ ਮੁੜ ਆਇਆ ਹੋਵੇਗਾ, ਉਹ ਮੈਨੂੰ ਲੱਭ ਰਿਹਾ ਹੋਵੇਗਾ, ਪਰੇਸ਼ਾਨ ਤਾਂ ਨਹੀਂ ਹੋ ਗਿਆ ਹੋਵੇਗਾ, ਕਿਤੇ ਉਹ ਮੇਰਾ ਇੰਤਜ਼ਾਰ ਨਾ ਕਰ ਰਿਹਾ ਹੋਵੇ। ਹਾਲਾਂਕਿ ਉਹਨਾਂ ਨੇ ਪੁਲਿਸ ਚੌਂਕੀ ਪਰ
ਉਸ ਦਾ ਹੁਲੀਆ ਦੱਸ ਦਿੱਤਾ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਮੇਰਾ ਪੁੱਤ ਮਿਲੇ ਤਾਂ ਮੇਰੇ ਮੁੜਨੇ ਤੱਕ ਉਸ ਨੂੰ ਇੱਥੇ ਹੀ ਰੋਕ ਕੇ ਰੱਖਣਾ, ਇਸ ਉਮੀਦ ਨਾਲ ਕਿ ਸੰਜੀਵ ਉੱਥੇ ਹੀ ਮੇਰਾ ਇੰਤਜ਼ਾਰ ਕਰ ਰਿਹਾ ਹੋਵੇਗਾ। ਸਰਸਵਤੀ ਜੀ ਨੇ ਆ ਕੇ ਪਤਾ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਕੋਈ ਵੀ ਉਹਨਾਂ ਦੇ ਬਾਰੇ ਵਿੱਚ ਪੁੱਛਣ ਨਹੀਂ ਆਇਆ। ਡੇਰੇ ਵਿੱਚ ਗਈ ਤਾਂ ਉੱਥੇ ਵੀ ਉਹਨਾਂ ਦਾ ਬੇਟਾ ਨਹੀਂ ਮਿਲਿਆ। ਅੱਧੀ ਰਾਤ ਹੋ ਗਈ ਸੀ। ਬੇਚਾਰੀ ਮਾਂ ਕਦੀ ਡੇਰੇ ਵਿੱਚ ਜਾਂਦੀ ਤਾਂ ਕਦੀ ਪੁਲਿਸ ਚੌਂਕੀ ਪਰ ਪੁੱਤ ਦਾ ਕਿਤੇ ਪਤਾ ਨਹੀਂ ਸੀ। ਜਦ ਰਾਤ ਦੇ 1 ਵੱਜ ਗਏ ਤਾਂ ਪੁਲਿਸ ਵਾਲਿਆਂ ਨੇ ਕਿਹਾ, ਮਾਂ ਜੀ ਤੁਸੀਂ ਜਾ ਕੇ ਆਰਾਮ ਕਰੋ। ਜੇਕਰ ਤੁਹਾਡਾ ਪੁੱਤ ਪੁੱਛਣ ਆਇਆ ਤਾਂ ਅਸੀਂ ਤੁਹਾਡੇ ਕੋਲ ਭੇਜ ਦੇਵਾਂਗੇ। ਪੁੱਤਰ ਵਿਛੋੜੇ ਤੋਂ ਦੁਖੀ ਸਰਸਵਤੀ ਜੀ ਆਸ਼ਾ ਭਰੀ ਨਜ਼ਰਾਂ ਨਾਲ ਕਦੀ ਇੱਧਰ ਦੇਖਦੀ ਤਾਂ ਕਦੀ ਉੱਧਰ ਦੇਖਦੀ। ਫਿਰ ਚਾਦਰ ਵਿਛਾ ਕੇ ਲੇਟ ਗਈ, ਪਰ ਅੱਖਾਂ ਵਿੱਚ ਨੀਂਦ ਕਿੱਥੇ ਸੀ। ਕਿੱਥੇ ਚਲਾ ਗਿਆ ਮੇਰਾ ਪੁੱਤ? ਇੰਨੇ ਬੜੇ ਮੇਲੇ ਵਿੱਚ ਕਿੱਥੇ ਕਿੱਥੇ ਲੱਭਾਂ? ਇੱਥੇ ਕੋਈ ਆਪਣਾ ਨਹੀਂ ਹੈ। ਜੇਕਰ ਸੰਜੀਵ ਨਾ ਮੁੜਿਆ ਤਾਂ ਮੈਂ ਇਕੱਲੇ ਕਿਵੇਂ ਘਰ ਜਾਊਂਗੀ? ਨੂੰ ਮੇਰੇ ਤੋਂ ਸੰਜੀਵ ਦੇ ਬਾਰੇ ਵਿੱਚ ਪੁੱਛੇਗੀ ਤਾਂ ਉਸਦਾ ਸਾਹਮਣਾ ਕਿਵੇਂ ਕਰੂੰਗੀ? ਇਹ ਸੋਚਦੇ ਸੋਚਦੇ ਸਰਸਵਤੀ ਜੀ ਖੁਦ ਨੂੰ ਹੀ ਕੋਸਣ ਲੱਗੀ ਕਿ ਵਿਅਰਥ ਹੀ ਗੰਗਾ ਨਹਾਉਣੇ ਦੀ ਜਿੱਦ ਠਾਣ ਬੈਠੀ ਸੀ। ਜੇਕਰ ਸੰਜੀਵ ਟਿਕਟ ਲੈ ਹੀ ਆਇਆ ਸੀ ਤਾਂ ਮਨਾ ਵੀ ਕਰ ਸਕਦੀ ਸੀ ਨਾ। ਟਿਕਟ ਤਾਂ ਵਾਪਿਸ ਵੀ ਹੋ ਸਕਦੇ ਸੀ। ਇੰਨੀ ਬੜੀ ਮੁਸੀਬਤ ਤਾਂ ਸਿਰ ਪਰ ਨਾ ਪੈਂਦੀ। ਹੁਣ ਕਿੱਥੇ ਲੱਭਾਂ ਮੈਂ ਆਪਣੇ ਪੁੱਤ ਨੂੰ? ਫਿਰ ਸਰਸਵਤੀ ਜੀ ਨੂੰ ਖਿਆਲ ਆਉਣ ਲੱਗਾ ਕਿ ਕਿਤੇ ਸੰਜੀਵ ਨੂੰ ਕੋਈ ਠੱਗ ਬਹਿਲਾ ਫੁਸਲਾ ਕੇ ਤਾਂ ਨਹੀਂ ਲੈ ਗਿਆ। ਕਿੰਨਾ ਸਿੱਧਾ ਹੈ ਮੇਰਾ ਪੁੱਤ, ਬਹੁਤ ਜਲਦੀ ਕਿਸੇ ਦੀ ਵੀ ਗੱਲਾਂ ਵਿੱਚ ਆ ਜਾਂਦਾ ਹੈ। ਜਾਂ ਫਿਰ ਕਿਸੇ ਨੇ ਕੋਈ ਗਲਤ ਚੀਜ਼ ਉਸ ਨੂੰ ਸੁੰਘਾ ਦਿੱਤੀ ਹੋਵੇ ਅਤੇ ਬੇਹੋਸ਼ ਕਰ ਦਿੱਤਾ ਹੋ ਅਤੇ ਉਸਦਾ ਸਾਰਾ ਪੈਸਾ, ਅੰਗੂਠੀ ਅਤੇ ਚੈਨ ਖੋਹ ਕੇ ਉਸ ਨੂੰ ਕਿਤੇ ਸੁੱਟ ਦਿੱਤਾ ਹੋ। ਇਹ ਸੋਚ ਕੇ ਸਰਸਵਤੀ ਜੀ ਅੰਦਰ ਹੀ ਅੰਦਰ ਚਿੰਤਾ ਦੇ ਮਾਰੇ ਘੁਲੀ ਜਾ ਰਹੀ ਸੀ। ਮਨ ਵਿੱਚ ਉੱਠਣੇ ਵਾਲੀ ਸ਼ੰਕਾਵਾਂ ਦਾ ਅੰਤ ਹੀ ਨਹੀਂ ਸੀ। ਅਗਲੇ ਦਿਨ ਜਦ ਸਵੇਰ ਹੋਈ ਤਾਂ ਸਰਸਵਤੀ ਜੀ ਨਹਾਉਣਾ ਧੋਣਾ ਭੁੱਲ ਕੇ ਸਿੱਧਾ ਪੁਲਿਸ ਚੌਂਕੀ ਪਰ ਪਹੁੰਚ ਗਈ। ਇੱਕ ਹੀ ਦਿਨ ਵਿੱਚ ਪੁਲਿਸ ਚੌਂਕੀ ਦੇ ਲੋਕ ਉਹਨਾਂ ਨੂੰ ਪਹਿਚਾਨਣ ਲੱਗੇ ਸੀ। ਦੇਖਦੇ ਹੀ ਬੋਲੇ, ਆਓ ਮਾਂ ਜੀ, ਕਿਆ ਤੁਹਾਡਾ ਪੁੱਤ ਵਾਪਸ ਨਹੀਂ ਆਇਆ ਹੁਣੇ ਤੱਕ? ਜਦੀ ਸਰਸਵਤੀ ਜੀ ਰੋਂਦੇ ਹੋਏ ਬੋਲੀ, ਕਿੱਥੇ ਦੇਖਾਂ, ਤੁਸੀਂ ਹੀ ਲੱਭ ਕੇ ਲੈ ਆਓ ਮੇਰੇ ਪੁੱਤ ਨੂੰ, ਇੱਕ ਮਾਂ ਦੀ ਦੁਆਵਾਂ ਲੱਗਣਗੀ। ਸਰਸਵਤੀ ਜੀ ਦਾ ਰੋ ਰੋ ਕੇ ਬੁਰਾ ਹਾਲ ਸੀ। ਫਿਰ ਪੁਲਿਸ ਵਾਲਾ ਬੋਲਿਆ, ਅੰਮਾ ਧੀਰਜ ਰੱਖੋ, ਅਸੀਂ ਕੁਝ ਕਰਦੇ ਹਾਂ। ਸਾਰੇ ਡੇਰਿਆਂ ਵਿੱਚ ਅਨਾਉਂਸਮੈਂਟ ਕਰਾਉਂਦੇ ਹਾਂ। ਤੁਹਾਡਾ ਪੁੱਤ ਮੇਲੇ ਵਿੱਚ ਜਿੱਥੇ ਕਿਤੇ ਵੀ ਹੋਵੇਗਾ ਤੁਰੰਤ ਭੱਜਿਆ ਆਵੇਗਾ। ਤੁਸੀਂ ਐਸਾ ਕਰੋ, ਆਪਣਾ ਨਾਮ ਅਤੇ ਪਤਾ ਲਿਖਵਾ ਦੇਵੋ, ਜਲਦੀ ਹੀ ਮਿਲ ਜਾਵੇਗਾ ਤੁਹਾਡਾ ਪੁੱਤਰ। ਭਗਵਾਨ ਪਰ ਭਰੋਸਾ ਰੱਖੋ। ਹੁਣ ਤਾਂ ਪੁਲਿਸ ਵਾਲਿਆਂ ਨੂੰ ਵੀ ਸਰਸਵਤੀ ਜੀ ਨਾਲ ਹਮਦਰਦੀ ਹੋ ਗਈ ਸੀ। ਰੋਂਦੀ ਬਿਲਕਦੀ ਵਿਚਾਰੀ ਬੁੱਢੀ ਮਾਂ ਡੇਰੇ ਵਿੱਚ ਵਾਪਸ ਮੁੜ ਆਈ। ਜਿਵੇਂ ਤਿਵੇਂ ਗੰਗਾ ਵਿੱਚ ਇਸ਼ਨਾਨ ਵੀ ਕਰ ਲਿਆ। ਮਨ ਹੀ ਮਨ ਪ੍ਰਾਰਥਨਾ ਕਰਦੀ ਰਹੀ ਕਿ ਹੇ ਗੰਗਾ ਮਈਆ, ਮੇਰਾ ਸੰਜੀਵ ਜਿੱਥੇ ਵੀ ਹੋ, ਸਹੀ ਸਲਾਮਤ ਹੋ। ਉਹੀ ਤੇਰੇ ਦਰਸ਼ਨ ਕਰਾਣੇ ਦੇ ਲਈ ਇੱਥੇ ਤੱਕ ਲੈ ਕੇ ਆਇਆ ਸੀ ਅਤੇ ਉਹੀ ਹੱਥ ਛੜਾ ਕੇ ਨਾ ਜਾਣੇ ਕਿੱਥੇ ਗੁੰਮ ਹੋ ਗਿਆ ਅਤੇ ਮੈਨੂੰ ਬੁੱਢੀ ਨੂੰ ਸਮਝ ਨਹੀਂ ਆਉਂਦਾ ਕਿਆ ਕਰਾਂ। ਹੇ ਭਗਵਾਨ, ਤੁਸੀਂ ਹੀ ਕੋਈ ਚਮਤਕਾਰ ਕਰੋ, ਮੇਰਾ ਗੁਆਚਿਆ ਹੋਇਆ ਪੁੱਤਰ ਵਾਪਸ ਮਿਲ ਜਾਵੇ ਤਾਂ ਵਾਪਸ ਜਾ ਕੇ ਨੂੰ ਮੂੰਹ ਦਿਖਾਣੇ ਦੇ ਲਾਇਕ ਬਣ ਸਕਾਂ। ਪੂਜਾ ਅਰਚਨਾ ਤੋਂ ਨਿਪਟ ਕੇ ਸਰਸਵਤੀ ਜੀ ਹਰ ਆਉਣੇ ਜਾਣੇ ਵਾਲੇ ਵਿਅਕਤੀ ਨੂੰ ਆਸ਼ਾ ਭਰੀ ਨਿਗਾਹ ਨਾਲ ਦੇਖਦੀ। ਦੂਰ ਦੂਰ ਤੱਕ ਉਹਨਾਂ ਦੀ ਨਿਗਾਹਾਂ ਆਉਣੇ ਜਾਣੇ ਵਾਲੇ ਦਾ ਪਿੱਛਾ ਕਰਦੀ ਕਿ ਕਿਤੇ ਸੰਜੀਵ ਦਿਖ ਜਾਵੇ। ਘਾਟ ਪਰ ਹੀ ਬੈਠੇ ਬੈਠੇ ਸ਼ਾਮ ਹੋ ਗਈ। ਹੁਣ ਤਾਂ ਪੇਟ ਵਿੱਚ ਵੀ ਮਰੋੜ ਪੈਣ ਲੱਗੇ ਸੀ। ਕੱਲ੍ਹ ਸ਼ਾਮ ਤੋਂ ਨਾ ਤਾਂ ਭੋਜਨ ਦਾ ਇੱਕ ਨਿਵਾਲਾ ਪੇਟ ਵਿੱਚ ਗਿਆ ਸੀ, ਨਾ ਹੀ ਪਾਣੀ ਦੀ ਇੱਕ ਬੂੰਦ। ਫਿਰ ਧਿਆਨ ਆਇਆ ਕਿ ਜੇਕਰ ਮੈਂ ਖੁਦ ਬਿਮਾਰ ਪੈ ਗਈ ਤਾਂ ਆਪਣੇ ਪੁੱਤ ਨੂੰ ਕਿਵੇਂ ਲੱਭੂੰਗੀ? ਉਸ ਨੂੰ ਲੱਭਣਾ ਹੈ
ਤਾਂ ਖੁਦ ਨੂੰ ਸਿਹਤਮੰਦ ਰੱਖਣਾ ਹੋਵੇਗਾ। ਨਹੀਂ ਤਾਂ ਇੱਥੇ ਮੇਰਾ ਕੌਣ ਬੈਠਾ ਹੈ ਜੋ ਮਾਣ ਮਨੁਹਾਰ ਕਰਕੇ ਮੈਨੂੰ ਖਿਲਾਏਗਾ। ਐਸਾ ਸੋਚਦੇ ਹੋਏ ਕੋਲ ਵਿੱਚ ਚੱਲ ਰਹੇ ਲੰਗਰ ਪਰ ਗਈ ਅਤੇ ਆਲੂ ਦੀ ਸਬਜ਼ੀ ਦੇ ਨਾਲ 2 ਰੋਟੀ ਖਾ ਲਈ ਅਤੇ ਪਾਣੀ ਪੀਤਾ ਤਾਂ ਕਲੇਜੇ ਨੂੰ ਥੋੜ੍ਹੀ ਸ਼ਾਂਤੀ ਮਿਲੀ ਅਤੇ ਆਪਣੇ ਪੁੱਤ ਦੇ ਲਈ 4 ਰੋਟੀ ਬੰਧਵਾ ਲਈ ਕਿ ਸੰਜੀਵ ਮਿਲੇਗਾ, ਬੇਚਾਰਾ ਭੁੱਖਾ ਪਿਆਸਾ ਹੋਵੇਗਾ ਤਾਂ ਉਸ ਨੂੰ ਖਿਲਾ ਦੂੰਗੀ। ਪੁੱਤ ਨੂੰ ਲੱਭਦੇ ਲੱਭਦੇ ਸਰਸਵਤੀ ਜੀ ਵਾਪਿਸ ਆਪਣੇ ਡੇਰੇ ਵਿੱਚ ਪਹੁੰਚ ਗਈ। ਫਿਰ ਤੋਂ ਪੁਲਿਸ ਚੌਂਕੀ ਵਿੱਚ ਵੀ ਝਾਕ ਕੇ ਆ ਗਈ, ਪਰ ਫਿਰ ਤੋਂ ਉਹੀ ਨਿਰਾਸ਼ਾ ਹੱਥ ਲੱਗੀ। ਦੇਖਦੇ ਹੀ ਦੇਖਦੇ ਦਿਨ ਬੀਤਦੇ ਗਏ। ਹੁਣ ਤਾਂ ਮੇਲਾ ਵੀ ਖਾਲੀ ਹੋਣ ਲੱਗਾ ਸੀ, ਪਰ ਸੰਜੀਵ ਨਹੀਂ ਮੁੜਿਆ। ਫਿਰ ਪੁਲਿਸ ਵਾਲਿਆਂ ਨੇ ਸਲਾਹ ਦਿੱਤੀ ਕਿ ਮਾਂ ਜੀ, ਲੱਗਦਾ ਹੈ ਹੁਣ ਤੁਹਾਡਾ ਪੁੱਤ ਨਹੀਂ ਮੁੜੇਗਾ। ਤੁਸੀਂ ਆਪਣੇ ਘਰ ਜਿੰਨੀ ਜਲਦੀ ਮੁੜ ਜਾਓ ਉਨਾ ਚੰਗਾ ਹੋਵੇਗਾ। ਇਹ ਸੁਣ ਕੇ ਸਰਸਵਤੀ ਜੀ ਦੀ ਅੱਖਾਂ ਫਿਰ ਤੋਂ ਹੰਝੂਆਂ ਨਾਲ ਭਰ ਆਈ। ਫਿਰ ਬੋਲੀ, ਬੇਟਾ ਮੈਂ ਇੰਨੀ ਦੂਰ ਆਪਣੇ ਘਰ ਕਿਵੇਂ ਜਾਊਂਗੀ? ਮੈਂ ਤਾਂ ਇਕੱਲੇ ਕਦੀ ਗਈ ਹੀ ਨਹੀਂ। ਕਹਿੰਦੇ ਕਹਿੰਦੇ ਉਹਨਾਂ ਦੀ ਆਵਾਜ਼ ਰੁਆਸੀ ਹੋ ਗਈ। ਅੱਛਾ ਮਾਂ ਜੀ, ਤੁਸੀਂ ਆਪਣੇ ਘਰ ਦਾ ਫੋਨ ਨੰਬਰ ਹੀ ਦੱਸ ਦਿਓ, ਘਰ ਤੋਂ ਕੋਈ ਆ ਕੇ ਲੈ ਜਾਵੇਗਾ। ਪਰ ਬੇਟਾ, ਘਰ ਤੋਂ ਮੈਨੂੰ ਕੌਣ ਲੈਣ ਆਵੇਗਾ? ਘਰ ਪਰ ਨੂੰਹ ਇਕੱਲੀ ਹੈ, ਉਹ ਇਕੱਲੀ ਕਿਵੇਂ ਆ ਪਾਏਗੀ? ਅਰੇ ਨੂੰਹ ਕਿਸੇ ਨਾਤੀ ਜਾਂ ਰਿਸ਼ਤੇਦਾਰ ਨੂੰ ਵੀ ਤਾਂ ਬੁਲਾ ਸਕਦੀ ਹੈ। ਤੁਸੀਂ ਕਿਸੇ ਦਾ ਵੀ ਨੰਬਰ ਦੱਸ ਦਵੋ। ਸਰਸਵਤੀ ਜੀ ਨੇ ਦਿਮਾਗ ਪਰ ਲੱਖ ਜ਼ੋਰ ਪਾਇਆ, ਪਰ ਹੜਬੜੀ ਵਿੱਚ ਨੰਬਰ ਯਾਦ ਹੀ ਨਹੀਂ ਆਇਆ। ਅਕਸਰ ਦਿਮਾਗ ਨੂੰ ਜੰਗ ਲੱਗ ਜਾਂਦਾ ਹੈ ਜਦ ਇਨਸਾਨ ਪਰੇਸ਼ਾਨੀ ਵਿੱਚ ਹੁੰਦਾ ਹੈ। ਵੈਸੇ ਵੀ ਬੁਢਾਪੇ ਵਿੱਚ ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਇਹੀ ਹੋਇਆ ਸੀ ਸਰਸਵਤੀ ਜੀ ਦੇ ਨਾਲ ਵੀ। ਉਹਨਾਂ ਨੂੰ ਕੋਈ ਨੰਬਰ ਯਾਦ ਨਹੀਂ ਆ ਰਿਹਾ ਸੀ। ਆਪਣੀ ਬੇਬਸੀ ਪਰ ਉਹਨਾਂ ਦੀ ਅੱਖਾਂ ਭਰ ਆਈ। ਉਸੀ ਸਮੇਂ ਇੱਕ ਯਾਤਰੀ ਪੁਲਿਸ ਚੌਂਕੀ ਦੇ ਬਾਹਰ ਤੋਂ ਗੁਜ਼ਰ ਰਿਹਾ ਸੀ ਤਾਂ ਉਸ ਦਾ ਧਿਆਨ ਉੱਥੇ ਹੀ ਬੈਠੀ ਸਰਸਵਤੀ ਦੀ ਤਰਫ ਗਿਆ, ਜੋ ਫੁੱਟ ਫੁੱਟ ਕੇ ਰੋ ਰਹੀ ਸੀ। ਉਸਨੇ ਪੁਲਿਸ ਵਾਲਿਆਂ ਤੋਂ ਉਸ ਮਹਿਲਾ ਦੇ ਰੋਣੇ ਦਾ ਕਾਰਨ ਪੁੱਛਿਆ ਤਾਂ ਸਾਰੀ ਗੱਲ ਸੁਣ ਕੇ ਉਹ ਯਾਤਰੀ ਬੋਲਿਆ, ਤੁਸੀਂ ਅੰਮਾ ਨੂੰ ਮੇਰੇ ਨਾਲ ਹੀ ਭੇਜ ਦਵੋ। ਮੈਂ ਵੀ ਉੱਥੇ ਦਾ ਹੀ ਰਹਿਣੇ ਵਾਲਾ ਹਾਂ। ਮੈਂ ਸ਼ਾਮ 6 ਵਜੇ ਦੀ ਟ੍ਰੇਨ ਤੋਂ ਆਪਣੇ ਘਰ ਜਾ ਰਿਹਾ ਹਾਂ। ਤੁਸੀਂ ਕਹੋ ਤਾਂ ਇਹਨਾਂ ਨੂੰ ਨਾਲ ਲੈਂਦਾ ਜਾਊਂਗਾ ਅਤੇ ਉਸਦੇ ਬਾਅਦ ਉਹਨਾਂ ਦੇ ਪਿੰਡ ਜਾਣੇ ਵਾਲੀ ਬੱਸ ਵਿੱਚ ਬਿਠਾ ਦੂੰਗਾ। ਉਹ ਆਰਾਮ ਨਾਲ ਆਪਣੇ ਪਿੰਡ ਪਹੁੰਚ ਜਾਣਗੀ। ਪੁਲਿਸ ਵਾਲਿਆਂ ਨੇ ਸਰਸਵਤੀ ਜੀ ਨੂੰ ਉਸ ਅਣਜਾਣ ਵਿਅਕਤੀ ਦੇ ਨਾਲ ਰਵਾਨਾ ਕਰ ਦਿੱਤਾ ਅਤੇ ਉਸਦਾ ਪਤਾ ਅਤੇ ਫੋਨ ਨੰਬਰ ਆਪਣੇ ਕੋਲ ਲਿਖ ਕੇ ਰੱਖ ਲਿਆ। ਸਰਸਵਤੀ ਜੀ ਉਸਦੇ ਨਾਲ ਜਾ ਤਾਂ ਰਹੀ ਸੀ, ਪਰ ਮਨ ਦੇ ਕਿਸੇ ਕੋਨੇ ਵਿੱਚ ਇੱਕ ਡਰ ਵੀ ਸੀ ਕਿ ਕਿਤੇ ਇਹ ਵਿਅਕਤੀ ਠੱਗ ਨਾ ਹੋਵੇ। ਪਰੰਤੂ ਹੋਰ ਕੋਈ ਚਾਰਾ ਵੀ ਨਹੀਂ ਸੀ ਉਸ ਪਰ ਵਿਸ਼ਵਾਸ ਕਰਨੇ ਦੇ ਇਲਾਵਾ। ਨਹੀਂ ਤਾਂ ਇਸ ਅਣਜਾਣ ਜਗ੍ਹਾ ਪਰ ਕਦ ਤੱਕ ਰਹਿੰਦੀ। ਪਰ ਉਸ ਵਿਅਕਤੀ ਨੇ ਸਰਸਵਤੀ ਜੀ ਦੇ ਮਨ ਦੀ ਗੱਲ ਜਿਵੇਂ ਪੜ੍ਹ ਲਈ ਹੋਵੇ। ਉਹ ਬੋਲਿਆ, ਅੰਮਾ ਜੀ, ਤੁਸੀਂ ਚਿੰਤਾ ਨਾ ਕਰੋ। ਮੈਂ ਤੁਹਾਡੇ ਪਿੰਡ ਦੇ ਕੋਲ ਦੇ ਪਿੰਡ ਵਿੱਚ ਹੀ ਰਹਿੰਦਾ ਹਾਂ। ਭਰੋਸਾ ਰੱਖੋ ਮੇਰੇ ਪਰ। ਜੇਕਰ ਤੁਸੀਂ ਕਹੋਗੀ ਤਾਂ ਤੁਹਾਡੇ ਘਰ ਤੱਕ ਵੀ ਛੱਡ ਦੂੰਗਾ। ਫਿਰ ਸਰਸਵਤੀ ਜੀ ਬੋਲੀ, ਅਰੇ ਨਹੀਂ ਭਾਈ, ਵਿਸ਼ਵਾਸ ਦੇ ਸਹਾਰੇ ਹੀ ਤੇਰੇ ਨਾਲ ਆਈ ਹਾਂ। ਤੁਸੀਂ ਮੈਨੂੰ ਆਪਣੇ ਨਾਲ ਲੈ ਕੇ ਆਏ ਹੋ, ਕਿਆ ਇੰਨਾ ਉਪਕਾਰ ਘੱਟ ਹੈ? ਟ੍ਰੇਨ ਤੋਂ ਉਤਰਨੇ ਦੇ ਬਾਅਦ ਮੈਨੂੰ ਬੱਸ ਵਿੱਚ ਬਿਠਾ ਦੋਗੇ ਤਾਂ ਮੈਂ ਆਪਣੇ ਪਿੰਡ ਪਹੁੰਚ ਜਾਊਂਗੀ। ਬਸ ਮੈਨੂੰ ਤਾਂ ਇੱਕ ਹੀ ਗੱਲ ਦਾ ਗਮ ਸਤਾਏ ਜਾ ਰਿਹਾ ਹੈ, ਨਾ ਜਾਣੇ ਮੇਰਾ ਪੁੱਤ ਕਿੱਥੇ ਹੋਵੇਗਾ, ਕਿਸ ਹਾਲ ਵਿੱਚ ਹੋਵੇਗਾ। 2 ਦਿਨ ਬਾਅਦ ਸਰਸਵਤੀ ਜੀ ਜਦ ਬੱਸ ਤੋਂ ਉਤਰੀ ਤਾਂ ਪੈਦਲ ਹੀ ਆਪਣੇ ਘਰ ਦੀ ਤਰਫ ਚੱਲ ਪਈ। ਪਰ ਪੁੱਤ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦਾ ਮਨ ਭਾਰੀ ਹੋ ਰਿਹਾ ਸੀ। ਸਮਝ ਨਹੀਂ ਆ ਰਿਹਾ ਸੀ ਕਿ ਨੂੰਹ ਦਾ ਸਾਹਮਣਾ ਕਿਆ ਕਹਿ ਕੇ ਕਰਨਗੀ, ਕਿਆ ਦੱਸਣਗੀ ਕਿ ਸੰਜੀਵ ਕਿੱਥੇ ਹੈ। ਇਸ ਉਧੇੜ-ਬੁਣ ਵਿੱਚ ਜਿਵੇਂ ਤਿਵੇਂ ਘਰ ਦੇ ਦੁਆਰ ਤੱਕ ਪਹੁੰਚੀ ਤਾਂ ਦੇਖ ਕੇ ਹੈਰਾਨ ਰਹਿ ਗਈ ਕਿ ਉੱਥੇ ਤਾਂ ਖੂਬ ਚਹਿਲ ਪਹਿਲ ਸੀ। ਘਰ ਦੇ ਬਾਹਰੀ ਹਿੱਸੇ ਵਿੱਚ
ਸਫੇਦ ਰੰਗ ਦਾ ਟੈਂਟ ਲੱਗਿਆ ਹੋਇਆ ਸੀ, ਜਿੱਥੇ ਲੰਗਰ ਚੱਲ ਰਿਹਾ ਸੀ। ਇੱਕ ਵਾਰ ਸਰਸਵਤੀ ਜੀ ਨੂੰ ਲੱਗਿਆ ਕਿ ਉਹ ਗਲਤੀ ਨਾਲ ਕਿਸੇ ਹੋਰ ਜਗ੍ਹਾ ਪਰ ਪਹੁੰਚ ਗਈ ਹਨ, ਪਰ ਜਿਵੇਂ ਹੀ ਉਹ ਬਾਹਰ ਦੀ ਤਰਫ ਜਾਣ ਲੱਗੀ, ਜਦੀ ਉਹਨਾਂ ਦੇ ਪੋਤੇ ਅਤੇ ਪੋਤੀ ਦੀ ਨਜ਼ਰ ਆਪਣੀ ਦਾਦੀ ਪਰ ਪਈ। ਉਹ ਹੈਰਾਨ ਰਹਿ ਗਏ, ਪਰ ਫਿਰ ਖੁਸ਼ੀ ਨਾਲ ਚੀਕਣ ਲੱਗੇ, ਮੰਮੀ ਦੇਖੋ, ਪਾਪਾ ਦੇਖੋ, ਦਾਦੀ ਤਾਂ ਸਾਡੇ ਸਾਹਮਣੇ ਖੜੀ ਹੈ। ਉਹ ਮੁੜ ਆਈ ਹਨ, ਦਾਦੀ ਜਿੰਦਾ ਹੈ। ਆਪਣੇ ਪੋਤਾ ਪੋਤੀ ਦੀ ਇਹ ਗੱਲ ਸੁਣ ਕੇ ਸਰਸਵਤੀ ਜੀ ਹੈਰਾਨ ਰਹਿ ਗਈ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਚੱਲ ਕਿਆ ਰਿਹਾ ਹੈ। ਬੱਚਿਆਂ ਦੀ ਚੀਕਣ ਦੀ ਆਵਾਜ਼ ਸੁਣ ਕੇ ਸਾਰੇ ਲੋਕ ਦੌੜ ਕੇ ਬਾਹਰ ਆ ਗਏ। ਪੂਰੇ ਪਿੰਡ ਵਿੱਚ ਹੜਕੰਪ ਮਚ ਗਿਆ। ਅੰਮਾ ਵਾਪਸ ਆ ਗਈ, ਅੰਮਾ ਵਾਪਸ ਆ ਗਈ, ਸਰਸਵਤੀ ਮੁੜ ਆਈ। ਉੱਧਰ ਤੋਂ ਸੰਜੀਵ ਦੌੜ ਕੇ ਆਇਆ ਅਤੇ ਆਪਣੀ ਮਾਂ ਨੂੰ ਦੇਖਦੇ ਹੀ ਉਸਦੇ ਹੋਸ਼ ਉੱਡ ਗਏ ਅਤੇ ਫਿਰ ਤੁਰੰਤ ਆ ਕੇ ਲਿਪਟ ਗਿਆ। ਤੁਸੀਂ ਕਿੱਥੇ ਚਲੀ ਗਈ ਸੀ ਮਾਂ? ਉਸੀ ਸਮੇਂ ਉਹਨਾਂ ਦੀ ਨੂੰਹ ਦੀਪਾ ਦੌੜੀ ਦੌੜੀ ਆਈ ਅਤੇ ਆਪਣੀ ਸੱਸ ਨਾਲ ਲਿਪਟ ਗਈ। ਪਤਾ ਹੈ ਮਾਂ, ਕਿੰਨੇ ਦਿਨਾਂ ਤੋਂ ਸਾਡਾ ਰੋ ਰੋ ਕੇ ਬੁਰਾ ਹਾਲ ਸੀ। ਅਸੀਂ ਤਾਂ ਸੋਚਿਆ ਸੀ ਕਿ ਮਾਂ ਜੀ, ਜਦੀ ਉਸਦੀ ਗੱਲ ਕੱਟਦੇ ਹੋਏ ਸਰਸਵਤੀ ਜੀ ਬੋਲੀ, ਹਾਂ ਹਾਂ, ਇਹੀ ਸੋਚਿਆ ਹੋਵੇਗਾ ਨਾ ਕਿ ਮੈਂ ਭਗਵਾਨ ਨੂੰ ਪਿਆਰੀ ਹੋ ਗਈ। ਸਰਸਵਤੀ ਜੀ ਨੂੰ ਜਿਵੇਂ ਸਾਰੀ ਗੱਲ ਦਾ ਅਹਿਸਾਸ ਹੋ ਚੁੱਕਾ ਸੀ। ਫਿਰ ਉਹ ਬੋਲੀ, ਇਸ ਲਈ ਤਾਂ ਤੂੰ ਅੱਜ ਆਪਣੀ ਸੱਸ ਦੀ ਤੇਰਵੀਂ ਕਰ ਰਹੀ ਸੀ। ਇੱਕ ਵਾਰ ਮੈਨੂੰ ਲੱਭਣਾ ਤੱਕ ਜ਼ਰੂਰੀ ਨਹੀਂ ਸਮਝਿਆ ਤੁਸੀਂ ਲੋਕਾਂ ਨੇ, ਅਤੇ ਸੰਜੀਵ ਤਾਂ ਮੈਨੂੰ ਉੱਥੇ ਨਿਰੰਜਨ ਸਥਾਨ ਪਰ ਛੱਡ ਕੇ, ਅਣਜਾਣੇ ਲੋਕਾਂ ਦੇ ਵਿੱਚ ਛੱਡ ਕੇ ਇੱਥੇ ਚਲਾ ਆਇਆ। ਮੇਰੇ ਤੋਂ ਪਿੱਛਾ ਛੁਡਾਣੇ ਦਾ ਇਹੀ ਰਸਤਾ ਸੁੱਝਿਆ। ਤੁਸੀਂ ਲੋਕਾਂ ਨੂੰ ਇਹੀ ਸੋਚਿਆ ਹੋਵੇਗਾ ਨਾ ਕਿ ਇਕੱਲੀ ਬੁੱਢੀ ਔਰਤ ਵਾਪਸ ਘਰ ਕਿਵੇਂ ਪਹੁੰਚੇਗੀ, ਉੱਥੇ ਹੀ ਮਰ ਖੱਪ ਗਈ ਹੋਵੇਗੀ। ਹੇ ਭਗਵਾਨ! ਐਸਾ ਕਹਿੰਦੇ ਹੋਏ ਸਰਸਵਤੀ ਜੀ ਉੱਥੇ ਹੀ ਜ਼ਮੀਨ ਪਰ ਆਪਣਾ ਸਿਰ ਫੜ ਕੇ ਬੈਠ ਗਈ। ਫਿਰ ਬੋਲੀ, ਅਰੇ ਮੈਂ ਤਾਂ ਪਗਲਾ ਉੱਠੀ ਸੀ, ਘਾਟ ਘਾਟ ਪਰ ਤੈਨੂੰ ਲੱਭਦੀ ਫਿਰ ਰਹੀ ਸੀ। ਫਿਰ ਸੰਜੀਵ ਬੋਲਿਆ, ਐਸਾ ਨਹੀਂ ਹੈ ਮਾਂ, ਮੈਂ ਤੁਹਾਨੂੰ ਕਿੱਥੇ ਕਿੱਥੇ ਨਹੀਂ ਲੱਭਿਆ। ਨਾ ਜਾਣੇ ਮੈਂ ਕਿੱਥੇ ਕਿੱਥੇ ਤੁਹਾਡੇ ਨਾਮ ਦੀ ਘੋਸ਼ਣਾ ਕਰਵਾਈ, ਪਰ ਤੁਸੀਂ ਕਿਤੇ ਨਹੀਂ ਮਿਲੀ। ਜਦੀ ਸਰਸਵਤੀ ਜੀ ਨੇ ਕਿਹਾ, ਭਗਵਾਨ ਦਾ ਇੰਨਾ ਹੀ ਸ਼ੁਕਰ ਹੈ ਕਿ ਤੂੰ ਠੀਕ ਠਾਕ ਹੈ। ਤੈਨੂੰ ਦੇਖ ਕੇ ਮੇਰੀ ਜਾਨ ਵਾਪਸ ਮੁੜ ਆਈ। ਉਸੀ ਸਮੇਂ ਪੁੱਤ ਨੂੰ ਦੋਵੇਂ ਇੱਕ ਦੂਸਰੇ ਦੀ ਅੱਖਾਂ ਵਿੱਚ ਦੇਖਦੇ ਹੋਏ ਬੋਲੇ, ਹੁਣ ਇਹ ਦਾਵਤ ਮਾਂ ਦੇ ਮੁੜ ਕੇ ਆਉਣੇ ਦੀ ਖੁਸ਼ੀ ਵਿੱਚ ਹੈ। ਸਾਰੇ ਖੁਸ਼ੀ ਨਾਲ ਖਾਣਾ ਖਾਓ, ਸਾਡੀ ਮਾਂ ਵਾਪਿਸ ਆ ਗਈ ਹੈ। ਐਸਾ ਕਹਿੰਦੇ ਹੋਏ ਸੰਜੀਵ ਖੁਸ਼ੀ ਨਾਲ ਨੱਚਣ ਲੱਗਾ ਤਾਂ ਦੂਸਰੀ ਤਰਫ ਪਿੰਡ ਦੀ ਔਰਤਾਂ ਵਿੱਚ ਕਾਨਾਫੂਸੀ ਹੋਣ ਲੱਗੀ। ਪਰ ਥੋੜ੍ਹੀ ਹੀ ਦੇਰ ਵਿੱਚ ਸਾਰੇ ਲੋਕ ਦੀਪਾ ਅਤੇ ਸੰਜੀਵ ਨੂੰ ਵਧਾਈ ਦੇਣ ਲੱਗੇ ਅਤੇ ਬੋਲੇ, ਦੀਪਾ, ਚੰਗਾ ਹੀ ਹੋਇਆ ਜੋ ਤੇਰੀ ਸੱਸ ਮੁੜ ਆਈ, ਨਹੀਂ ਤਾਂ ਤੁਸੀਂ ਕਿਆ ਕਿਆ ਸੋਚ ਰਹੇ ਸੀ ਅਤੇ ਉਹ ਬੇਚਾਰੀ ਨਾ ਜਾਣੇ ਕਿੱਥੇ ਕਿੱਥੇ ਭਟਕ ਰਹੀ ਹੋਵੇਗੀ। ਬੜੀ ਹਿੰਮਤ ਵਾਲੀ ਹੈ ਜੋ ਇੰਨੀ ਦੂਰ ਤੋਂ ਇਕੱਲੇ ਮੁੜ ਆਈ। ਫਿਰ ਦੂਸਰੀ ਔਰਤ ਬੋਲੀ, ਜਾਕੋ ਰੱਖੇ ਸਾਈਆਂ, ਮਾਰ ਸਕੇ ਨਾ ਕੋਈ। ਖੈਰ, ਜਿੰਨੇ ਮੂੰਹ ਉਨੀ ਗੱਲਾਂ, ਪਰ ਸਭ ਗੱਲਾਂ ਦਾ ਇੱਕ ਹੀ ਜਵਾਬ ਸੀ ਕਿ ਸਰਸਵਤੀ ਸਹੀ ਸਲਾਮਤ ਆਪਣੇ ਘਰ ਮੁੜ ਆਈ ਹੈ। ਉਹ ਸਾਰੇ ਰਿਸ਼ਤੇਦਾਰ ਜੋ ਸਰਸਵਤੀ ਜੀ ਦੇ ਦੁੱਖ ਵਿੱਚ ਸ਼ਾਮਿਲ ਹੋਣ ਆਏ ਸੀ, ਉਹਨਾਂ ਦੇ ਪੈਰ ਛੂਹਣ ਲੱਗੇ ਅਤੇ ਜਦੀ ਕਿਸੇ ਨੇ ਢੋਲ ਵਾਲਿਆਂ ਨੂੰ ਬੁਲਾ ਲਿਆ, ਢੋਲ ਵੱਜਣ ਲੱਗੇ ਅਤੇ ਸਾਰੇ ਲੋਕ ਨੱਚਣ ਕੁੱਦਣ ਲੱਗੇ। ਮਾਹੌਲ ਇੱਕਦਮ ਤੋਂ ਬਦਲ ਗਿਆ ਸੀ। ਉੱਧਰ ਆਪਣੇ ਪੁੱਤਰ ਸੰਜੀਵ ਨੂੰ ਆਪਣੇ ਸਾਹਮਣੇ ਸੁਰੱਖਿਅਤ ਦੇਖ ਕੇ ਸਰਸਵਤੀ ਜੀ ਵੀ ਸਭ ਕੁਝ ਭੁੱਲ ਗਈ। ਭਗਵਾਨ ਨੇ ਉਹਨਾਂ ਦੀ ਇੱਛਾਵਾਂ ਮੰਨ ਲਈ ਸੀ। ਹੁਣ ਭਗਵਾਨ ਪਰ ਉਹਨਾਂ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਸੀ। ਸਾਰੇ ਰਿਸ਼ਤੇਦਾਰ ਅਤੇ ਪੜੋਸੀ ਖਾ ਪੀ ਕੇ ਆਪਣੇ ਆਪਣੇ ਘਰ ਚਲੇ ਗਏ ਸੀ। ਸਰਸਵਤੀ ਜੀ ਅਤੇ ਉਹਨਾਂ ਦੇ ਪੁੱਤ ਨੂੰ ਵੀ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੋ ਗਏ ਸੀ। ਕਿੰਨੇ ਦਿਨਾਂ ਬਾਅਦ ਅੱਜ ਸਰਸਵਤੀ ਜੀ ਬੇਫਿਕਰ ਹੋ ਕੇ ਸਕੂਨ ਨਾਲ ਸੋਈ ਸੀ, ਪਰ ਅਚਾਨਕ ਹੀ ਉਹਨਾਂ ਦੀ ਰਾਤ ਵਿੱਚ ਨੀਂਦ ਖੁੱਲੀ। ਉਹਨਾਂ ਦਾ ਗਲਾ ਸੁੱਕ ਰਿਹਾ ਸੀ,
ਪਾਣੀ ਪੀਣੇ ਦੇ ਲਈ ਉੱਠੀ ਤਾਂ ਦੇਖਿਆ ਕਿ ਸੰਜੀਵ ਦੇ ਕਮਰੇ ਦੀ ਬੱਤੀ ਜਲ ਰਹੀ ਸੀ ਅਤੇ ਹੌਲੀ-ਹੌਲੀ ਕੁਝ ਬੋਲਣੇ ਦੀ ਆਵਾਜ਼ ਆ ਰਹੀ ਸੀ। ਆਖਿਰ ਇਹ ਲੋਕ ਇਸ ਸਮੇਂ ਜਾਗ ਕਿਉਂ ਰਹੇ ਹਨ? ਇਸ ਪ੍ਰਸ਼ਨ ਦੇ ਨਾਲ ਉਹ ਜਿਵੇਂ ਹੀ ਉਹਨਾਂ ਦੇ ਕਮਰੇ ਦੀ ਤਰਫ ਵਧੀ ਤਾਂ ਜੋ ਕੁਝ ਉਹਨਾਂ ਨੇ ਸੁਣਿਆ, ਉਹਨਾਂ ਨੂੰ ਆਪਣੇ ਕੰਨਾਂ ਪਰ ਯਕੀਨ ਨਹੀਂ ਹੋਇਆ। ਦੀਪਾ ਸੰਜੀਵ ਨੂੰ ਕਹਿ ਰਹੀ ਸੀ, ਤੁਸੀਂ ਤਾਂ ਕਿਹਾ ਸੀ ਕਿ ਮੈਂ ਮਾਂ ਨੂੰ ਐਸੀ ਜਗ੍ਹਾ ਟਿਕਾਣੇ ਲਗਾ ਕੇ ਆਊਂਗਾ ਕਿ ਉਸਦੇ ਬਾਅਦ ਤੈਨੂੰ ਉਹਨਾਂ ਤੋਂ ਹਮੇਸ਼ਾ ਦੇ ਲਈ ਛੁਟਕਾਰਾ ਮਿਲ ਜਾਵੇਗਾ। ਪਰ ਦੇਖੋ ਤੁਹਾਡੀ ਮਾਂ ਤਾਂ ਕੁਝ ਦਿਨਾਂ ਵਿੱਚ ਵਾਪਸ ਆ ਗਈ। ਫਿਰ ਸੰਜੀਵ ਬੋਲਿਆ, ਅਰੇ ਮਾਂ ਨੂੰ ਕੁੰਭ ਦੇ ਮੇਲੇ ਵਿੱਚ ਛੱਡ ਆਇਆ ਸੀ, ਜਿੱਥੇ ਇੰਨੀ ਭੀੜ ਅਤੇ ਭੱਜ ਦੌੜ ਰਹਿੰਦੀ ਹੈ। ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਐਸੀ ਜਗ੍ਹਾ ਤੋਂ ਅਤੇ ਇੰਨੀ ਦੂਰ ਤੋਂ ਵੀ ਮਾਂ ਵਾਪਿਸ ਮੁੜ ਕੇ ਆ ਸਕਦੀ ਹੈ। ਪਰ ਦੀਪਾ ਜੋ ਹੋਇਆ ਚੰਗਾ ਹੀ ਹੋਇਆ, ਕਿਉਂਕਿ ਜਦ ਤੋਂ ਮੈਂ ਮਾਂ ਨੂੰ ਛੱਡ ਕੇ ਆਇਆ ਸੀ ਮੇਰੀ ਆਤਮਾ ਮੈਨੂੰ ਕੋਸ ਰਹੀ ਸੀ ਕਿ ਮੈਂ ਆਪਣੀ ਮਾਂ ਨੂੰ ਤਿਆਗਣੇ ਦਾ ਜਾਂ ਉਹਨਾਂ ਨੂੰ ਮਾਰਨੇ ਦਾ ਬਹੁਤ ਬੜਾ ਪਾਪ ਕੀਤਾ ਹੈ। ਸਾਰਾ ਦਿਨ ਮੈਂ ਇਹੀ ਸੋਚਦਾ ਰਹਿੰਦਾ ਕਿ ਮਾਂ ਭੁੱਖੀ ਪਿਆਸੀ ਕਿੱਥੇ-ਕਿੱਥੇ ਭਟਕ ਰਹੀ ਹੋਵੇਗੀ, ਜਿੰਦਾ ਵੀ ਹੋਵੇਗੀ ਜਾਂ ਨਹੀਂ। ਮੇਰੀ ਮਾਂ ਨੇ ਤਾਂ ਮੇਰੇ ਪਰ ਵਿਸ਼ਵਾਸ ਕੀਤਾ ਸੀ, ਮੈਂ ਉਹਨਾਂ ਦੇ ਨਾਲ ਇੰਨਾ ਬੜਾ ਵਿਸ਼ਵਾਸਘਾਤ ਕਰ ਦਿੱਤਾ। ਮਾਂ ਨੂੰ ਇਸ ਪ੍ਰਕਾਰ ਗੰਗਾ ਘਾਟ ਪਰ ਛੱਡ ਕੇ ਆਉਣੇ ਦੀ ਦੋਸ਼ੀ ਭਾਵਨਾ ਮੈਨੂੰ ਅੰਦਰ ਹੀ ਅੰਦਰ ਖਾ ਰਹੀ ਸੀ। ਅਤੇ ਦੀਪਾ ਤੂੰ ਮਾਂ ਦੇ ਆਉਣੇ ਪਰ ਪਰੇਸ਼ਾਨ ਨਾ ਹੋਣਾ। ਜਿੱਥੇ ਇੰਨਾ ਸਮੇਂ ਮਾਂ ਨੂੰ ਝੇਲਿਆ ਹੈ ਉੱਥੇ ਕੁਝ ਸਮੇਂ ਹੋਰ ਸਹੀ। ਚੰਗਾ ਹੋਇਆ ਮਾਂ ਮੁੜ ਆਈ। ਮੈਂ ਮਾਂ ਦੀ ਮੌਤ ਦਾ ਕਾਰਨ ਬਣਦੇ ਰਹਿ ਗਿਆ। ਹੇ ਭਗਵਾਨ ਤੇਰਾ ਲੱਖ ਲੱਖ ਸ਼ੁਕਰ ਹੈ। ਇੰਨੀ ਗੱਲ ਸੁਣਦੇ ਹੀ ਸਰਸਵਤੀ ਜੀ ਦੇ ਪੈਰਾਂ ਤਲੇ ਜ਼ਮੀਨ ਕੰਬਣ ਲੱਗੀ ਅਤੇ ਕੁੰਭ ਦੇ ਮੇਲੇ ਦਾ ਸਾਰਾ ਦ੍ਰਿਸ਼ ਉਹਨਾਂ ਦੀ ਅੱਖਾਂ ਦੇ ਸਾਹਮਣੇ ਆਉਣ ਲੱਗਾ, ਕਿਉਂਕਿ ਪਿਛਲੇ ਦਿਨੋਂ ਉਹਨਾਂ ਨੇ ਲਗਭਗ ਸਾਰੇ ਕੁੰਭ ਦੇ ਮੇਲੇ ਵਿੱਚ ਘੁੰਮ ਲਿਆ। ਆਪਣੇ ਪੁੱਤ ਦੇ ਨਾਮ ਦੀ ਜਗ੍ਹਾ-ਜਗ੍ਹਾ ਪਰ ਘੋਸ਼ਣਾ ਕਰਵਾਈ, ਪਰ ਆਪਣੇ ਨਾਮ ਦੀ ਘੋਸ਼ਣਾ ਤਾਂ ਉਹਨਾਂ ਨੇ ਕਿਤੇ ਨਹੀਂ ਸੁਣੀ ਸੀ। ਕਿੰਨਾ ਬੜਾ ਝੂਠ ਬੋਲਿਆ ਸੰਜੀਵ ਨੇ ਮੈਨੂੰ। ਉਹ ਮੇਰੇ ਤੋਂ ਮੁਕਤ ਹੋਣੇ ਦੇ ਲਈ ਹੀ ਮੈਨੂੰ ਹਰਿਦੁਆਰ ਲੈ ਕੇ ਗਿਆ ਸੀ। ਮੈਂ ਇੰਨਾ ਬੜਾ ਬੋਝ ਬਣ ਚੁੱਕੀ ਸੀ ਆਪਣੇ ਹੀ ਪੁੱਤ ਦੇ ਉੱਪਰ ਕਿ ਉਹ ਮੈਨੂੰ ਜਿਉਂਦੇ ਜੀ ਮਾਰਨਾ ਚਾਹੁੰਦਾ ਸੀ। ਇਹ ਸਭ ਸੋਚਦੇ ਸਰਸਵਤੀ ਜੀ ਦੀ ਅੱਖਾਂ ਦੇ ਅੱਗੇ ਹਨੇਰਾ ਛਾਣ ਲੱਗਾ। ਇਸ ਤੋਂ ਪਹਿਲਾਂ ਕਿ ਉਹ ਖੁਦ ਨੂੰ ਸੰਭਾਲ ਪਾਉਂਦੀ, ਉਹ ਜ਼ੋਰ ਨਾਲ ਜ਼ਮੀਨ ਪਰ ਗਿਰੀ। ਇੱਕ ਬੁੱਢੀ ਮਾਂ ਸਭ ਕੁਝ ਝੇਲ ਗਈ ਸੀ, ਪਰ ਇਹ ਸਦਮਾ ਉਹ ਨਾ ਝੇਲ ਸਕੀ। ਅੱਜ ਸੱਚ ਵਿੱਚ ਸਰਸਵਤੀ ਜੀ ਨੂੰ ਆਪਣੇ ਤੋਂ ਮੁਕਤੀ ਮਿਲ ਗਈ ਸੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।